ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਅੱਜ ਦੀ ਕਲਾਸ ਦੇ ਵਿੱਚ ਅਸੀਂ ਅਗਲਾ ਕਨਸੈਪਟ ਸੋਸ਼ਲ ਚੇਂਜ ਡਿਸਕਸ ਕਰਾਂਗੇ। ਸੋਸ਼ਲ ਚੇਂਜ, ਸਮਾਜਿਕ ਪਰਿਵਰਤਨ। ਸਮਾਜਿਕ ਪਰਿਵਰਤਨ ਕੀ ਹੈ? ਕਿਸ ਨੂੰ ਅਸੀਂ ਸਮਾਜਿਕ ਪਰਿਵਰਤਨ ਮੰਨਦੇ ਹਾਂ? ਸਮਾਜਿਕ ਪਰਿਵਰਤਨ ਸਭ ਤਰ੍ਹਾਂ ਦੇ ਹੋਣ ਵਾਲੇ ਪਰਿਵਰਤਨਾਂ ਨੂੰ ਨਹੀਂ ਕਿਹਾ ਜਾਂਦਾ ਹੈ। ਭਾਵ ਸਾਰੇ ਪਰਿਵਰਤਨ ਸਮਾਜਿਕ ਪਰਿਵਰਤਨ ਨਹੀਂ ਹੁੰਦੇ, ਪਰ ਸਮਾਜਿਕ ਪਰਿਵਰਤਨ ਦੇ ਅਰਥਾਂ ਨੂੰ ਸਮਝਣ ਤੋਂ ਪਹਿਲਾਂ ਪਰਿਵਰਤਨ ਸ਼ਬਦ ਦਾ ਅਰਥ ਸਮਝਣਾ ਜ਼ਰੂਰੀ ਹੈ। ਪਰਿਵਰਤਨ ਸ਼ਬਦ ਇੱਕ ਕੀਮਤ ਰਹਿਤ ਸ਼ਬਦ ਹੈ। ਕੀਮਤ ਰਹਿਤ, ਵੈਲਿਊ ਫ੍ਰੀ ਸ਼ਬਦ ਹੈ। ਇਸ ਤੋਂ ਕਿਸੇ ਕਿਸਮ ਦੇ ਸਿਧਾਂਤ, ਦਿਸ਼ਾ, ਚੰਗਾ ਮਾੜਾ ਦਾ ਬੋਧ ਨਹੀਂ ਕੀਤਾ ਜਾ ਸਕਦਾ। ਸਧਾਰਨ ਸ਼ਬਦਾਂ ਵਿੱਚ ਪਰਿਵਰਤਨ ਦਾ ਅਰਥ ਉਹ ਫਰਕ ਜਾਂ ਅੰਤਰ ਹੈ ਜੋ ਸਮੇਂ ਵਿਸ਼ੇਸ਼ ਵਿੱਚ ਸਮੇਂ ਬਿੰਦੂ 1 ਤੋਂ ਸਮੇਂ ਬਿੰਦੂ 2, ਸਮੇਂ ਬਿੰਦੂ 1 ਤੋਂ ਸਮੇਂ ਬਿੰਦੂ 2 ਤੱਕ ਹੁੰਦਾ ਹੈ। ਭਾਵ ਕੱਲ੍ਹ ਅਤੇ ਅੱਜ ਵਿੱਚ ਅੰਤਰ। ਇੱਕ ਸਥਿਤੀ ਤੋਂ ਦੂਜੀ ਸਥਿਤੀ ਵਿੱਚ ਅੰਤਰ। ਇਸ ਨੂੰ ਅਸੀਂ ਸਮਾਜਿਕ ਪਰਿਵਰਤਨ ਕਹਿੰਦੇ ਹਾਂ। ਇਸ ਤਰ੍ਹਾਂ ਪਰਿਵਰਤਨ ਇੱਕ ਤੁਲਨਾਤਮਕ ਸ਼ਬਦ ਹੈ। ਪਰਿਵਰਤਨ ਹੈ ਜਿਹੜਾ ਇੱਕ ਤੁਲਨਾਤਮਕ ਸ਼ਬਦ ਹੈ। ਜਦੋਂ ਅਸੀਂ ਕਿਸੇ ਵੀ ਪਰਿਵਰਤਨ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਪਹਿਲਾਂ ਦੀ ਸਥਿਤੀ ਨਾਲ ਵਰਤਮਾਨ ਸਥਿਤੀ ਵਿੱਚ ਅੰਤਰ ਦੇਖਦੇ ਹਾਂ ਤੇ ਇਸ ਨੂੰ ਹੀ ਅਸੀਂ ਪਰਿਵਰਤਨ ਕਹਿੰਦੇ ਹਾਂ ਕਿ ਪਹਿਲੀ ਸਥਿਤੀ ਕਿਵੇਂ ਦੀ ਸੀ, ਦੂਜੀ ਸਥਿਤੀ ਕਿਵੇਂ ਦੀ ਹੈ, ਤੇ ਉਸ ਦੇ ਵਿੱਚ ਜਿਹੜਾ ਅੰਤਰ ਆਇਆ ਉਸ ਨੂੰ ਸਮਾਜਿਕ ਪਰਿਵਰਤਨ ਕਿਹਾ ਜਾਂਦਾ ਹੈ। ਪਹਿਲੀ ਸਥਿਤੀ, ਦੂਜੀ ਸਥਿਤੀ। ਜਦੋਂ ਕਿਸੇ ਵਿਸ਼ੇਸ਼ ਸਮਾਜ ਦੀ ਸਮਾਜਿਕ ਵਿਵਸਥਾ ਦੀ ਸੰਰਚਨਾ ਅਤੇ ਕਾਰਜਾਂ ਵਿੱਚ ਇਹਨਾਂ ਦੀ ਪਹਿਲਾਂ ਦੀ ਸਥਿਤੀ ਅਤੇ ਵਰਤਮਾਨ ਸਥਿਤੀ ਵਿੱਚ ਅੰਤਰ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਮਾਜਿਕ ਪਰਿਵਰਤਨ ਕਹਿੰਦੇ ਹਨ। ਕਿਵੇਂ? ਜਿਵੇਂ ਅਸੀਂ ਟਰਾਈਬਲ ਸੁਸਾਇਟੀ ਤੇ ਮਾਡਰਨ ਸੁਸਾਇਟੀ, ਦੋਨਾਂ ਦੇ ਵਿੱਚ ਫਰਕ ਦੇਖੀਏ। ਟਰਾਈਬਲ ਲੋਕ ਕਿਵੇਂ ਦੇ ਸੀ, ਮਾਡਰਨ ਜਾਂ ਜਿਹੜੀ ਅਸੀਂ ਕਹਿ ਰਹੀਏ ਇੰਡਸਟਰੀਅਲ ਸੁਸਾਇਟੀ, ਇੱਥੇ ਅਸੀਂ ਇੰਡਸਟਰੀਅਲ ਸੁਸਾਇਟੀ ਦੀ ਗੱਲ ਕਰ ਸਕਦੇ ਹਾਂ। ਇੰਡਸਟਰੀਅਲ। ਹੁਣ ਟਰਾਈਬਲ ਸੁਸਾਇਟੀ ਦੇ ਵਿੱਚ ਲੋਕ ਕੀ ਸੀ, ਇੱਕ ਛੋਟਾ ਜਿਹਾ ਏਰੀਆ ਹੁੰਦਾ ਸੀ, ਉੱਥੇ ਹੀ ਵੱਖ-ਵੱਖ ਲੋਕ ਜਿਹੜੇ ਰਹਿੰਦੇ ਸੀਗੇ। ਇੱਥੇ ਹੀ ਇਹਨਾਂ ਦੀ ਐਜੂਕੇਸ਼ਨ ਹੁੰਦੀ ਸੀ
ਐਜੂਕੇਸ਼ਨ ਤਾਂ ਇਹਨਾਂ ਕੋਲ ਹੁੰਦੀ ਨਹੀਂ ਸੀ, ਮਤਲਬ ਜੋ ਸਿੱਖਦੇ ਸੀਗੇ ਇਹ ਆਪਣੇ ਵੱਡਿਆਂ ਕੋਲੋਂ, ਉਹ ਇੱਥੇ ਹੀ ਸਿੱਖਿਆ ਜਾਂਦਾ ਸੀ। ਇੱਥੇ ਹੀ ਇਹਨਾਂ ਦੀ ਰਾਜਨੀਤਿਕ ਗਤੀਵਿਧੀਆਂ ਹੁੰਦੀਆਂ ਸੀ, ਇੱਥੇ ਹੀ ਇਹਨਾਂ ਦੀ ਮੈਰਿਜ ਹੋ ਜਾਂਦੀ ਸੀ। ਇਹ ਇੱਕ ਸਿੰਪਲ ਸੁਸਾਇਟੀ ਸੀ, ਸਧਾਰਨ ਲੋਕ ਰਹਿੰਦੇ ਸੀ ਇੱਥੇ। ਇਸ ਦੇ ਉਲਟ ਇੱਥੋਂ ਤੋਂ ਜਦੋਂ ਇੱਥੇ ਪਹੁੰਚੇ ਅਸੀਂ, ਤਾਂ ਇਹਦੇ ਬਿਟਵੀਨ ਜਿਹੜਾ ਪਰਿਵਰਤਨ ਹੋਇਆ ਉਸ ਨੂੰ ਅਸੀਂ ਸਮਾਜਿਕ ਪਰਿਵਰਤਨ ਕਹਿੰਦੇ ਹਾਂ। ਹੁਣ ਕੀ ਹੈ, ਲੋਕ ਬਹੁਤ ਐਡਵਾਂਸ ਹੋ ਗਏ ਨੇ, ਐਜੂਕੇਸ਼ਨਲ ਇੰਸਟੀਟਿਊਸ਼ਨਸ ਆ ਗਈਆਂ ਨੇ, ਪੋਲੀਟੀਕਲ ਆਰਗੇਨਾਈਜੇਸ਼ਨਸ ਆ ਗਈਆਂ ਨੇ, ਹੋਰ ਕਿੰਨੇ ਸਾਰਾ ਕੁਛ ਆ ਗਿਆ ਜੋ ਕਿ ਇੱਕ ਸਮਾਜ ਦੇ ਵਿੱਚ ਕੰਪਲੈਕਸ ਪੈਦਾ ਕਰਦਾ ਹੈ। ਹੁਣ ਇਹ ਸੁਸਾਇਟੀ ਕਿਹੜੀ ਹੈ, ਕੰਪਲੈਕਸ। ਇਸ ਤਰ੍ਹਾਂ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਅੰਤਰ ਹੋਇਆ, ਇਸ ਨੂੰ ਹੀ ਅਸੀਂ ਸਮਾਜਿਕ ਪਰਿਵਰਤਨ ਕਹਾਂਗੇ। ਇਹਨਾਂ ਦੋਨਾਂ ਦੇ ਵਿੱਚ ਹੋਣ ਵਾਲੇ ਅੰਤਰ ਨੂੰ ਸਮਾਜਿਕ ਪਰਿਵਰਤਨ ਕਹਾਂਗੇ। ਇਸ ਤਰ੍ਹਾਂ ਸਮਝ ਆ ਗਿਆ ਹੋਣਾ ਚਾਹੀਦਾ ਕਿ ਸਮਾਜਿਕ ਪਰਿਵਰਤਨ ਕੀ ਹੁੰਦਾ ਹੈ। ਪਹਿਲਾਂ ਦੀ ਸਥਿਤੀ ਕਿਵੇਂ ਦੀ ਸੀ, ਹੌਲੀ ਹੌਲੀ ਦੂਜੀ ਤਰ੍ਹਾਂ ਦੀ ਸਥਿਤੀ ਪੈਦਾ ਹੋ ਜਾਂਦੀ ਹੈ, ਤਾਂ ਉਹਨਾਂ ਦੇ ਵਿੱਚ ਜੋ ਸਾਨੂੰ ਅੰਤਰ ਦਿਖਾਈ ਦਿੰਦਾ ਹੈ ਉਸ ਨੂੰ ਹੀ ਅਸੀਂ ਸਮਾਜਿਕ ਪਰਿਵਰਤਨ ਕਹਿੰਦੇ ਹਾਂ। ਨੈਕਸਟ, ਸਮਾਜਿਕ ਪਰਿਵਰਤਨ ਦੀਆਂ ਪਰਿਭਾਸ਼ਾਵਾਂ ਦੇਖ ਲੈਂਦੇ ਹਾਂ ਕੁਛ। ਸਮਾਜਿਕ ਪਰਿਵਰਤਨ ਦੀਆਂ ਪਰਿਭਾਸ਼ਾਵਾਂ। ਨੰਬਰ 1, ਕਿੰਗਸਲੇ ਡੇਵਿਸ। ਡੇਵਿਸ ਦੇ ਅਨੁਸਾਰ, ਕਿੰਗਸਲੇ ਡੇਵਿਸ ਦੇ ਅਨੁਸਾਰ ਸਮਾਜਿਕ ਪਰਿਵਰਤਨ ਤੋਂ ਮਤਲਬ ਸਿਰਫ ਉਹਨਾਂ ਪਰਿਵਰਤਨਾਂ ਤੋਂ ਹੈ ਜੋ ਸਮਾਜਿਕ ਸੰਗਠਨ ਅਰਥਾਤ ਸਮਾਜ ਦੇ ਢਾਂਚੇ ਅਤੇ ਕਾਰਜਾਂ ਵਿੱਚ ਹੁੰਦੇ ਹਨ। ਇਸ ਤਰ੍ਹਾਂ ਕਿੰਗਸਲੇ ਡੇਵਿਸ ਕੀ ਕਹਿੰਦਾ ਹੈ ਕਿ ਸਮਾਜਿਕ ਪਰਿਵਰਤਨ ਅਸੀਂ ਉਹਨਾਂ ਪਰਿਵਰਤਨਾਂ ਨੂੰ ਕਹਿੰਦੇ ਹਾਂ ਜਿਹੜੇ ਸਮਾਜ ਦੇ ਵਿੱਚ ਸਮਾਜ ਦੇ ਢਾਂਚੇ ਅਤੇ ਕਾਰਜਾਂ ਵਿੱਚ ਹੁੰਦੇ ਹਨ। ਸਮਾਜ ਦੇ ਢਾਂਚੇ ਤੇ ਕਾਰਜਾਂ ਵਿੱਚ ਹੋਣ ਵਾਲੇ ਪਰਿਵਰਤਨ ਨੂੰ ਹੀ ਅਸੀਂ ਸਮਾਜਿਕ ਪਰਿਵਰਤਨ ਕਹਾਂਗੇ। ਸਮਾਜਿਕ ਪਰਿਵਰਤਨ ਨੂੰ ਕਿੰਗਸਲੇ ਡੇਵਿਸ ਨੇ ਦੋ ਤਰ੍ਹਾਂ ਦਾ ਕਿਹਾ, ਸੰਰਚਨਾਤਮਕ ਅਤੇ ਕਾਰਜਾਤਮਕ। ਸੰਰਚਨਾਤਮਕ ਅਤੇ ਕਾਰਜਾਤਮਕ, ਸਟਰਕਚਰਲ ਤੇ ਫੰਕਸ਼ਨਲ, ਦੋ ਤਰ੍ਹਾਂ ਦਾ ਸਮਾਜ ਦੇ ਵਿੱਚ ਪਰਿਵਰਤਨ ਹੁੰਦਾ ਹੈ। ਇਹ ਦੋਵੇਂ ਇੱਕ ਦੂਸਰੇ ਨਾਲ ਸੰਬੰਧਿਤ ਨੇ, ਦੋਨੇ ਇੱਕ ਦੂਜੇ ਨਾਲ ਸੰਬੰਧਿਤ ਹੁੰਦੇ ਨੇ। ਸਮਾਜਿਕ ਸੰਰਚਨਾ ਦਾ ਨਿਰਮਾਣ ਮੋਟੇ ਤੌਰ ਤੇ ਸਮਾਜ ਵਿੱਚ ਪਾਏ ਜਾਂਦੇ ਸਮਾਜਿਕ ਸਮੂਹਾਂ, ਸਮਾਜਿਕ ਸੰਰਚਨਾ ਜਿਹੜੀ ਹੈ ਉਹ ਕਿੱਥੋਂ ਬਣਦੀ ਹੈ? ਸਮਾਜਿਕ ਸੰਰਚਨਾ ਸਮਾਜਿਕ ਸਮੂਹਾਂ ਸੰਸਥਾਵਾਂ ਸਭਾਵਾਂ ਅਤੇ ਮੈਂਬਰਾਂ ਦੇ ਵਿਵਹਾਰ, ਸਮਾਜਿਕ ਵਿਵਹਾਰ ਪ੍ਰਤਿਮਾਨਾਂ ਨਾਲ ਮਿਲ ਕੇ ਸਮਾਜਿਕ ਸੰਰਚਨਾ ਦਾ ਨਿਰਮਾਣ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਮਿਲ ਕੇ ਇੱਕ ਸਮਾਜਿਕ ਸੰਰਚਨਾ ਬਣਾਉਂਦੀਆਂ ਨੇ। ਇਹ ਕਿੰਗਸਲੇ ਡੇਵਿਸ ਕਹਿੰਦਾ ਹੈ। ਸਮਾਜ ਦੇ ਵੱਖ-ਵੱਖ ਅੰਗ ਅਚਲ ਨਹੀਂ ਹੁੰਦੇ, ਇਹ ਆਪਣੀ ਆਪਣੀ ਸਥਿਤੀ ਅਨੁਸਾਰ ਅਲੱਗ-ਅਲੱਗ ਪਰੰਤੂ ਬਹੁਤ ਕਰਕੇ
ਨਿਸ਼ਚਿਤ ਰੋਲ ਅਦਾ ਕਰਦੇ ਨੇ। ਇਹ ਜਿਹੜੇ ਸਾਰੇ ਸਮਾਜਿਕ ਸੰਰਚਨਾ ਦੇ ਅੰਗ ਨੇ, ਇਹ ਆਪਣਾ ਆਪਣਾ ਰੋਲ ਅਦਾ ਕਰਦੇ ਨੇ। ਜਦੋਂ ਸਮਾਜਿਕ ਸੰਰਚਨਾ ਦੇ ਇਹਨਾਂ ਵੱਖ-ਵੱਖ ਅੰਗਾਂ ਜਾਂ ਇਹਨਾਂ ਦੇ ਕਾਰਜਾਂ ਵਿੱਚ ਕੋਈ ਪਰਿਵਰਤਨ ਹੁੰਦਾ ਹੈ, ਇਹ ਸਾਰੇ ਮਿਲ ਕੇ ਇੱਕ ਸਮਾਜਿਕ ਸੰਰਚਨਾ ਬਣਾਉਂਦੇ ਨੇ। ਜਿਹੜੇ ਇਹ ਰੋਲ ਅਦਾ ਕਰਦੇ ਨੇ ਉਹਨੂੰ ਅਸੀਂ ਸਮਾਜਿਕ ਕਾਰਜ ਕਹਿੰਦੇ ਹਾਂ। ਕਾਰਜਾਤਮਕਤਾ ਇੱਥੇ ਆ ਜਾਂਦੀ ਹੈ, ਫੰਕਸ਼ਨਲਿਜ਼ਮ ਇੱਥੇ ਆ ਜਾਂਦਾ ਹੈ। ਜਦੋਂ ਇਹਨਾਂ ਦੇ ਕਾਰਜਾਂ ਵਿੱਚ ਪਰਿਵਰਤਨ ਹੁੰਦਾ ਹੈ ਤਾਂ ਸਮਾਜ ਦੇ ਵਿੱਚ ਪਰਿਵਰਤਨ ਆਉਂਦਾ ਹੈ। ਇਸ ਤਰ੍ਹਾਂ ਪਰਿਵਰਤਨ ਦਾ ਮਤਲਬ ਇਹ ਹੋਇਆ ਕਿ ਸਮਾਜਿਕ ਸੰਗਠਨ ਖੁਦ ਵੀ ਬਦਲੇਗਾ ਅਤੇ ਇਸ ਦੇ ਨਾਲ ਸਮਾਜ ਦੇ ਵਿੱਚ ਵੀ ਪਰਿਵਰਤਨ ਹੋਵੇਗਾ। ਅਗਲੀ ਜਿਹੜੀ ਪਰਿਭਾਸ਼ਾ ਹੈਗੀ ਹੈ ਉਹ ਦਿੱਤੀ ਹੈ ਮੈਕਾਈਵਰ ਤੇ ਪੇਜ ਨੇ। ਮੈਕਾਈਵਰ ਅਤੇ ਪੇਜ ਅਨੁਸਾਰ ਮੈਕਾਈਵਰ ਤੇ ਪੇਜ ਅਨੁਸਾਰ ਸਮਾਜ ਵਿਗਿਆਨੀ ਹੋਣ ਦੇ ਨਾਤੇ ਸਾਡੀ ਵਿਸ਼ੇਸ਼ ਰੁਚੀ ਪ੍ਰਤੱਖ ਰੂਪ ਵਿੱਚ ਸਮਾਜਿਕ ਸੰਬੰਧਾਂ ਨਾਲ ਹੈ। ਸਿਰਫ ਇਹਨਾਂ ਸਮਾਜਿਕ ਸੰਬੰਧਾਂ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਹੀ ਸਮਾਜਿਕ ਪਰਿਵਰਤਨ ਕਹਿੰਦਾ ਹੈ। ਮੈਕਾਈਵਰ ਤੇ ਪੇਜ ਨੇ ਸਮਾਜਿਕ ਸੰਬੰਧਾਂ ਵਿੱਚ ਹੋਣ ਵਾਲੇ ਪਰਿਵਰਤਨ ਨੂੰ ਸਮਾਜਿਕ ਪਰਿਵਰਤਨ ਕਿਹਾ ਹੈ। ਮੈਕਾਈਵਰ ਤੇ ਪੇਜ ਅਨੁਸਾਰ ਮਨੁੱਖੀ ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ। ਇਹਨਾਂ ਸਮਾਜਿਕ ਸੰਬੰਧਾਂ ਦਾ ਪ੍ਰਗਟਾਵਾ ਅਨੇਕ ਪ੍ਰਥਾਵਾਂ, ਕਾਰਜ ਪ੍ਰਣਾਲੀਆਂ, ਅਧਿਕਾਰ, ਸਹਿਯੋਗ, ਸੰਘਰਸ਼, ਸਮੂਹ, ਸੰਗਠਨ, ਨਿਯੰਤਰਣ ਦੇ ਸਾਧਨ ਆਦਿ ਰਾਹੀਂ ਹੁੰਦਾ ਹੈ। ਇਹਨਾਂ ਵਿੱਚ ਪਰਿਵਰਤਨ ਦਾ ਅਰਥ ਹੈ ਸਮਾਜਿਕ ਸੰਬੰਧਾਂ ਵਿੱਚ ਪਰਿਵਰਤਨ। ਜਦੋਂ ਸਮਾਜ ਦੇ ਵਿੱਚ ਪ੍ਰਚਲਿਤ ਵੱਖ-ਵੱਖ ਪ੍ਰਥਾਵਾਂ, ਕਾਰਜ ਪ੍ਰਣਾਲੀਆਂ, ਸਹਿਯੋਗ, ਸੰਘਰਸ਼ ਦੇ ਵਿੱਚ ਪਰਿਵਰਤਨ ਆਉਂਦਾ ਹੈ ਤਾਂ ਉਸ ਦੇ ਨਾਲ ਹੀ ਸਮਾਜਿਕ ਸੰਬੰਧਾਂ ਦੇ ਵਿੱਚ ਵੀ ਪਰਿਵਰਤਨ ਆਉਂਦਾ ਹੈ, ਜਿਸ ਦੇ ਨਾਲ ਸਮਾਜ ਦੇ ਵਿੱਚ ਵੀ ਪਰਿਵਰਤਨ ਹੁੰਦਾ ਹੈ। ਇਸ ਨੂੰ ਸਮਾਜਿਕ ਪਰਿਵਰਤਨ ਮੈਕਾਈਵਰ ਤੇ ਪੇਜ ਕਹਿੰਦੇ ਹਨ। ਇਹ ਤਾਂ ਸੀਗੇ ਦੋ ਪਰਿਭਾਸ਼ਾਵਾਂ। ਅਗਲੀ ਕਲਾਸ ਦੇ ਵਿੱਚ ਅਸੀਂ ਸਮਾਜਿਕ ਪਰਿਵਰਤਨ ਦੀਆਂ ਵਿਸ਼ੇਸ਼ਤਾਵਾਂ ਡਿਸਕਸ ਕਰਾਂਗੇ। ਥੈਂਕ ਯੂ।